प्यारे दर्शकों, ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕੁਝ ਅਹਿਮ ਮਸਲਿਆਂ ਬਾਰੇ। ਮਸਲੇ ਹੈਗਾ ਕਿ ਆਪਣੇ ਮੋਗੇ ਦੇ ਨੇੜੇ ਇੱਕ ਸਾਈਲੋ ਬਣਿਆ ਜਿਹੜਾ ਅਡਾਨੀ ਗਰੁੱਪ ਦਾ ਹੈਗਾ। ਇਹੋ ਜਿਹਾ ਸਾਈਲੋ ਕੈਥਲ ਦੇ ਕੋਲ ਵੀ ਬਣਿਆ ਹਰਿਆਣਾ ਦੇ ਵਿੱਚ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ 6-7 ਹੋਰ ਅਜਿਹੇ ਸਾਈਲੋ ਨੇ। ਜਿਹੜੀ ਕਿਸਾਨ ਅੰਦੋਲਨ ਚੱਲਿਆ, ਉਸ ਅੰਦੋਲਨ ਦੌਰਾਨ ਸਾਰਾ ਵੱਡਾ ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਉਹ ਕਾਰਪੋਰੇਟ ਅਦਾਰਿਆਂ ਵੱਲ ਨੂੰ ਸਿੱਧਾ ਸੀ। ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਸੀਗਾ ਤੇ ਉਸ ਸਮੇਂ ਇਸ ਸਾਈਲੋ ਦੇ ਬਾਹਰ ਵੀ ਕਿਸਾਨਾਂ ਨੇ ਲੰਮੀ ਦੇਰ ਤੱਕ ਧਰਨਾ ਲਾਈ ਰੱਖਿਆ। ਪਰ ਹੁਣ ਕਿਸਾਨਾਂ ਦੀਆਂ ਕਤਾਰਾਂ ਜਿਹੜੀਆਂ ਲੰਮੀਆਂ ਟਰਾਲੀਆਂ ਜਿਹੜੀਆਂ ਕਿਸਾਨ ਜਿਹੜੇ ਆਪਣੀ ਕਣਕ ਜਿਹੜੀ ਆ ਇਸ ਸਾਈਲੋ ਵਿੱਚ ਲੈ ਕੇ ਜਾ ਰਹੇ। ਇਸ ਕਾਰਨ ਜਿਹੜਾ 7-8 ਮੰਡੀਆਂ ਜਿਹੜੀਆਂ ਮੋਗੇ ਦੀਆਂ ਸਰਕਾਰੀ ਮੰਡੀਆਂ ਉਹਨਾਂ ਦੀ ਹੋਂਦ ਲਈ ਖਤਰਾ ਖੜਾ ਹੋ ਗਿਆ ਤੇ ਇਹਦੇ ਨਾਲ ਇਨਡਾਇਰੈਕਟ ਜਿਹੜਾ ਕੇਂਦਰ ਸਰਕਾਰ ਪਹਿਲਾਂ ਕਰਨਾ ਚਾਹੁੰਦੀ ਸੀਗੀ ਕੰਮ, ਉਹ ਸਿੱਧੇ ਢੰਗ ਨਾਲ ਜਿਹੜਾ ਇਵੇਂ ਹੋਣ ਲੱਗ ਗਿਆ। ਭਾਵੇਂ ਕਿ ਕਣਕ ਜਿਹੜੀ ਉੱਥੇ ਲਿਜਾਈ ਜਾ ਰਹੀ ਹੈ FCI ਨੇ ਖਰੀਦਣੀ ਹੈ, ਪਰ ਇਹਦੇ ਨਾਲ ਜਿਹੜਾ ਪ੍ਰਾਈਵੇਟ ਮੰਡੀਆਂ ਵਾਲਾ ਮਾਮਲਾ ਉਹਨੂੰ ਹੁਲਾਰਾ ਮਿਲਣ ਦਾ ਸੰਭਾਵਨਾ ਜਿਹੜੀ ਬਣ ਗਈ ਹੈ। ਤੇ ਇਸ ਮੁੱਦੇ ਦੇ ਉੱਪਰ ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਹੈ? ਦਰਅਸਲ ਤਾਂ ਕਿਸਾਨ ਲਹਿਰ ਜਿਹੜੀ ਹੈ ਜਦੋਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਆਪਸ ਦੇ ਵਿੱਚ ਵੰਡੀ ਗਈ ਸੀ, ਉਸ ਕਿਸਮ ਦਾ ਇੰਪੈਕਟ ਜਿਹੜਾ ਨਹੀਂ ਰਿਹਾ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਸਵਾਲ ਹੈ ਤੇ ਕਿਸਾਨਾਂ ਨੂੰ ਵੀ ਖੁਦ ਸਵਾਲ ਹੈ ਵੀ ਜੇ ਉਹ ਇਸ ਰਸਤੇ ਤੁਰ ਪਏ ਤਾਂ ਅਲਟੀਮੇਟਲੀ ਜਿਹੜੇ ਆ ਭਾਵੇਂ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਉਹ ਮੇਰਾ ਖਿਆਲ ਹੋਂਦ ਚ ਨਾ ਰਹਿਣ ਤਾਂ ਅਸਿੱਧੇ ਢੰਗ ਨਾਲ ਮਾਮਲਾ ਜਿਹੜਾ ਜਿੱਧਰ ਨੂੰ ਕੇਂਦਰ ਸਰਕਾਰ ਤੋਰਨਾ ਚਾਹੁੰਦੀ ਸੀ ਉਧਰ ਨੂੰ ਤੁਰ ਪਏਗਾ। ਇੱਕ ਮਾਮਲਾ ਤਾਂ ਇਹ ਹੈ। ਇਸ ਮੁੱਦੇ ਤੇ ਭਗਵੰਤ ਮਾਨ ਦੀ ਸਰਕਾਰ ਦਾ ਕੀ ਕਹਿਣਾ ਹੋਏਗਾ, ਇਹਦੇ ਬਾਰੇ ਗੱਲ ਕਰਾਂਗੇ। ਉਸ ਤੋਂ ਇਲਾਵਾ ਜਿਹੜੇ ਦੋ ਮਾਮਲੇ ਆ, ਅੱਜ ਖਰੀਦ ਏਜੰਸੀਆਂ ਦੀ ਪੰਜਾਬ ਦੇ ਵਿੱਚ ਹੜਤਾਲ ਹੈ ਤੇ ਜਿਹੜੀ ਹੈ ਕਣਕ ਅੱਜ ਖਰੀਦੀ ਨਹੀਂ ਜਾਏਗੀ, ਪਰ ਮੈਨੂੰ ਲੱਗਦਾ ਇਹ ਸੈਲੋ ਚ ਤਾਂ ਵਿਕੇਗੀ, ਇਸ ਚ ਕੋਈ ਰੋਕ ਟੋਕ ਨਹੀਂ ਰਹੇਗੀ। ਪਰ ਇਸ ਕੇਂਦਰ ਤੋਂ ਵੀ ਜਿਹੜਾ FCI ਨੇ ਕਣਕ ਖਰੀਦਣੀ ਆ, ਇਹਦਾ ਮਸਲਾ ਹੈ। ਤੇ ਮਾਨ ਸਰਕਾਰ ਕੀ ਕਰੇਗੀ? ਕਿਉਂਕਿ ਅਚਾਨਕ ਵਧੀ ਹੋਈ ਗਰਮੀ ਨੇ ਜਿਹੜਾ ਕਣਕ ਦਾ ਦਾਣਾ ਉਹਨੂੰ ਬਰੀਕ ਕਰਤਾ, ਉਹ ਸੁੰਗੜ ਗਿਆ, ਮਤਲਬ ਜਾਂ ਉਹਨੂੰ ਮੌਜੂ ਦਾਣਾ ਕਿਹਾ ਜਾਂਦਾ ਹੈ। ਉਹਦੇ ਤੇ ਭਾਵੇਂ ਪੰਜਾਬ ਸਰਕਾਰ ਨੇ ਰਿਆਇਤ ਕੇਂਦਰ ਤੋਂ ਮੰਗੀ ਹੈ, ਉਹਦਾ ਕੀ ਹੱਲ ਹੋਏਗਾ ਉਹਦੇ ਬਾਰੇ ਵੀ ਚਰਚਾ ਜਿਹੜੀ ਕਰਾਂਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਜਿਹੜੀ ਆ ਉਹ 300 ਯੂਨਿਟ ਮੁਫਤ ਬਿਜਲੀ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧ ਦੇ ਵਿੱਚ ਜਿਹੜੀਆਂ ਉਹਨਾਂ ਨੇ ਜਿਹੜੇ ਆਪ ਦੇ ਆਗੂ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਉਹਦੇ ਨਾਲ ਮੀਟਿੰਗਾਂ ਵੀ ਕੀਤੀਆਂ। ਕੱਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਤੇ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਮੀਟਿੰਗਾਂ ਕੀਤੀਆਂ। ਉਸ ਤੋਂ ਪਹਿਲਾਂ ਇੱਕ ਮੀਟਿੰਗ ਜਿਹੜੀ ਆ ਚੀਫ ਸੈਕਟਰੀ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਹੋਈ ਸੀ ਦਿੱਲੀ ਦੇ ਮੁੱਖ ਮੰਤਰੀ ਨਾਲ, ਉਹਨੂੰ ਲੈ ਕੇ ਬਾਬਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਹਨੂੰ ਗੈਰ ਸੰਵਿਧਾਨਕ ਮੀਟਿੰਗ ਜਿਹੜਾ ਕਰਾਰ ਦਿੱਤਾ ਗਿਆ। ਸੋ ਇਹਦੇ ਬਾਰੇ ਵੀ ਜਿਹੜੇ ਆਪ ਸਰਕਾਰ ਦਾ ਕੀ ਰੁਖ ਹੋਏਗਾ, ਇਹ ਸਾਰੇ ਮਾਮਲੇ ਜਿਹੜੇ ਆ ਬੜੇ ਅਹਿਮ ਨੇ, ਸਾਡੇ ਨਾਲ ਨੇੜਿਓਂ ਜੁੜੇ ਨੇ। ਇਸ ਕਰਕੇ ਜੰਡੂ ਸਾਹਿਬ ਤੋਂ ਪਹਿਲਾਂ ਜਾਣਾਂਗੇ ਕਿ ਜਿਹੜੀ ਮੋਗੇ ਦੇ ਵਿੱਚ ਮੰਡੀ ਹੈ ਅਡਾਨੀਆਂ ਦੀ, ਕਿਸਾਨ ਉਹਦੇ ਵੱਲ ਨੂੰ ਕਿਉਂ ਮੁਹਾਰਾਂ ਕੱਤ ਰਿਹਾ? ਕੀ ਕਿਸਾਨ ਅੰਦੋਲਨ ਦਾ ਉਹਦੇ ਤੇ ਕੋਈ ਅਸਰ ਨਹੀਂਗਾ? ਜਿਵੇਂ ਅਸੀਂ ਦੇਖ ਰਹੇ ਹਾਂ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਨੇ ਉੱਥੇ, ਉਹਦੇ ਤੋਂ ਤਾਂ ਲੱਗਦਾ ਵੀ ਉਹ ਜਿਹੜੇ 700 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤ ਹੋਈ ਹੈ ਉਹਦਾ ਮੈਨੂੰ ਲੱਗਦਾ ਕੋਈ ਬਹੁਤਾ ਅਸਰ ਨਹੀਂ ਹੈਗਾ, ਜਿਵੇਂ ਕਿਸਾਨ ਉਸ ਪਾਸੇ ਵੱਲ ਨੂੰ ਗਏ ਆ। ਪਰ ਇਹ ਕਿਸਾਨ ਇਸ ਵਾਰੀ ਨਹੀਂ ਗਏ, ਇਸ ਤੋਂ ਪਹਿਲਾਂ ਵੀ ਕਾਫੀ ਕਿਸਾਨ ਜਿਹੜੇ ਉੱਥੇ ਆਪਣਾ ਮਾਲ ਜਿਹੜਾ ਵੇਚਦੇ ਰਹੇ ਆ। ਜੰਡੂ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੀ ਗੱਲ ਤੁਸੀਂ ਕਹਿ ਰਹੇ ਪਹਿਲਾਂ ਵੀ ਵੇਚਦੇ ਰਹੇ ਆ, ਉਹ ਗੱਲ ਇੱਕ ਵੱਖਰੀ ਹੈਗੀ ਆ। ਉਹ ਇਸ ਕਰਕੇ ਕਿ ਕਿਸਾਨ ਅੰਦੋਲਨ ਜਿੰਨੇ ਵੱਡੇ ਪੱਧਰ ਤੇ ਹੋਇਆ ਸਾਰੇ ਦੇਸ਼ ਦੇ ਵਿੱਚ, ਔਰ ਉਸ ਅੰਦੋਲਨ ਦੇ ਦੌਰਾਨ ਦੋ ਗੱਲਾਂ ਖਾਸ ਸੀਗੀਆਂ। ਇੱਕ ਤਾਂ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਸਰਕਾਰ ਵਾਪਸ ਲਵੇ, ਦੂਸਰਾ MSP ਦਾ ਮਾਮਲਾ ਸੀਗਾ ਤੇ ਨਾਲ ਇਹਦੇ ਜੁੜੇ ਹੋਰ ਮਾਮਲੇ ਸੀ। ਤੇ ਉਸ ਦੌਰਾਨ ਲਗਭਗ 378-80 ਦਿਨ ਉਹ ਅੰਦੋਲਨ ਚੱਲਿਆ। ਔਰ ਉਸ ਅੰਦੋਲਨ ਦੇ ਵਿੱਚ ਇਹ ਗੱਲ ਸੀਗੀ ਕਿ ਕਾਰਪੋਰੇਟ ਜੇ ਇੱਥੇ ਆਉਂਦਾ ਹੈ ਤਾਂ ਉਹ ਇਸ ਤਰ੍ਹਾਂ ਜੇ ਮੰਡੀਆਂ ਬਣਾਉਂਦਾ ਹੈ ਆਪਣੀਆਂ ਪ੍ਰਾਈਵੇਟ ਮੰਡੀਆਂ, ਤਾਂ ਸਰਕਾਰੀ ਮੰਡੀਆਂ ਹੌਲੀ ਹੌਲੀ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਤਾਂ ਜਦੋਂ ਇਹ ਖਤਮ ਹੋ ਜਾਣਗੀਆਂ ਤਾਂ ਫਿਰ ਜਿਹੜੇ ਕਾਰਪੋਰੇਟ ਹੈ ਉਹ ਆਪਣੀ ਮਨਮਰਜ਼ੀ ਨਾਲ ਜਿਹੜਾ ਭਾਅ ਹੈ ਉਹ ਫਸਲਾਂ ਦਾ ਲਾਏਗਾ। ਤਾਂ ਇਹ ਸਾਰਾ ਜਿਹੜੀ ਜੱਦੋਜਹਿਦ ਚੱਲੀ ਲੰਬੀ, ਉਸ ਤੋਂ ਬਾਅਦ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਜੋ ਕੁਝ ਪਹਿਲਾਂ ਕਿਸਾਨ ਸੋਚਦਾ ਸੀ ਜਾਂ ਕਿਸਾਨ ਜਥੇਬੰਦੀਆਂ ਸੋਚਦੀਆਂ ਸੀ ਕਿ ਉਹ ਉਸ ਤਰ੍ਹਾਂ ਹੁਣ ਨਹੀਂ ਵਾਪਰੇਗਾ।
पर दो गल्लां होईयां। एक गल तां इह होई कि किसान अंदोलन दौरान किसानां ने इस गल का फैसला किया कि असीं किसी भी पोलीटिकल पार्टी नूं अपने लागे नहीं लगन देना ते किसी पोलीटिकल लीडर नूं अपनी स्टेज तो बोलन नहीं देना ते असीं राजनीति तो दूर रहना। पर ज्यों ही खेती कानून वापस होए तां फौरी जिहड़े खास करके राजेवाल होनी ग्रुप सीगे किसान जथेबंदियां जिहड़ियां उन्हां दी विचारां नाल सहमत सी, उन्हां ने पंजाब च आके चोणां च भाग लिया। और जदों कि दूसरे पासे राकेश टिकैत होनी लगातार कह रहे थे कि सानू इत्थे अजे बैठना चाहिए ते सानू उदों तक बैठना चाहिए जदों तक साडियां बाकी दीयां मंगां पूरियां नहीं हो जांदियां, केस वापस नहीं हो जाते, MSP का फैसला नहीं हो जाता। सो ये जिहड़ी सारी स्थिति बनी है उस दे विच हुण किसानां दा जिहड़ा उस साइलो ते जाके इस तरह अपनी फसल नूं वेचना वो ये जरूर है कि सवाल तां खड़े करदा है कि फिर वो जिहड़ा अंदोलन एडा लम्मा होया उसका की अर्थ है। दूसरा ये है कि ये जिहड़ी मंडी हैगी है खास करके तुसीं जिक्र कर रहे हैं साइलो दा मुद्दे दी, ये पंजाब सरकार वालों प्राइवेट मंडी के तौर पर इन्हूं नोटिफाई किया जा चुका है। हाँ जी, हाँ जी, ये इसनूं नोटिफाई किया जा चुका है तो इहदा मतलब कि सरकार इस गल नाल सहमत है, पंजाब की सरकार भी। ते पंजाब की सरकार की सहमति तो बाद जे उत्थे ये मंडी इस तरह चलती है ते FCI उत्थे खरीद करती है ते किसान उत्थे जिहड़े जा रहे हैं उन्होंने जो इस गल का पूछा जाता जिहड़ा तुसीं किसान अंदोलन की गल की है तो वो ये कहते हैं वो अपनी आर्थिकता का हवाला दिंदे हैं कि सानूं आर्थिक तौर पर इत्थे फायदा ते सो इस करके वो उत्थे जा रहे हैं कि उत्थे उन्हां नूं फौरी जिहड़ा उन्हां दी फसल भी विक जाती है, ट्रालियां खाली हो जांदियां, वो घरां नूं आ जांदियां। दूसरे पासे उत्थे जिहड़ियां सरकारी मंडियां उन्हां दी हालत माड़ी बनी हुई है कि उत्थे जे माल नहीं जांदा उन्हां मंडियां दे विच तां वो मंडियां दे अंदर जिहड़ी लेबर काम करती है, जिहड़ा होर स्टाफ काम करदा है उन्हां दी जिहड़ी है वो बेरोजगार हो जांदे आ, उन्हां कोल कोई काम नहीं रहिंदा। सो इस करके ये जिहड़ी स्थिति बन रही है उहदे विच अल्टीमेटली हुण किसान जथेबंदियां नवें सिरे तो अपने आप नूं जथेबंद करन लगियां होईयां तां वो इस गल लई लोकां तक किन्नी कु वो अपनी दलील नूं मनाउण च कामयाब हुंदियां कि वो दुबारा उस कारपोरेट के खिलाफ लड़ाई लई तैयार होण। जदों कि पंजाब सरकार ने वो मंडी नोटिफाई की है, जे नोटिफाई की है तो इहदा मतलब कि सरकारी सहमति है उहदे नाल। सो इस करके FCI जे उत्थे इस ढंग नाल खरीद करेगी तां वो कुदरती गल है कि किसानां नूं जे उत्थे आर्थिक तौर पर लाभ होएगा तां ये हरेक दा निजी मामला हुंदा है कि जदों किसी नूं किते फायदा हो रहा है, जे उहदी फसल किते महंगी विक रही है तां वो जरूर उत्थे जाएगा। उत्थे हुण जथेबंदियां किन्ना कु इस गल नूं रोक पाउंदियां किन्ना कु उन्हां किसानां नूं समझा पाउंदियां ये तां समां दस्सेगा। पर यह जरूर है कि इस दे नाल जिस वड्डी लड़ाई जिहड़ी लड़ी गई सी उस दी इत्थे शुरुआत हो गई है जिहड़ी कारपोरेट दी खरीद दी, प्राइवेट मंडियां दी, और आने वाले समय के अंदर जे इस तरह इत्थे वधदा है तो कुदरती गल है कि जिहड़ा सरकारी प्रबंध है मंडियां दी जिहड़ी सरकारी सारी स्थिति है वो हौली हौली डामाडोल होएगी। अजे भावें कि जिहड़ी कारपोरेट खरीद कर रहा है अडानी की जिहड़ी साइलो च हो रही है कि उहदे विच जिहड़े आड़ती है उन्हां नूं उन्हां दा कमीशन दिता जा रहा है, पर हौली हौली जे ये गल इस पासे नूं तुरदी है कि प्राइवेट मंडियां वधदियां तां फिर उन्हां नूं भी कारपोरेट चाहेगा कि उन्हां नूं भी पासे कीता जावे ते नाल दी नाल जिहड़ा देहाती विकास फंड हैगा उस ते भी इस दा असर जिहड़ा पेगा। जिहड़ी पिंडां दे विच अगे सड़कां बनदियां जां बाकी दी जिहड़ी डेवलपमेंट है वो सारा कुछ जिहड़ा है वो कित्थों आएगा, उहदे लई फंड वो किस तरह सरकार करेगी। ये सरकार दे लई जिहड़ी आम आदमी पार्टी सरकार है उहदे लई वड्डियां चुनौतियां जिहड़ियां वो बन रहीआं और इस नूं वो सरकार किस तरह टैकल करदी है ये तां आउण वाला समां दस्सेगा। पर यह गल जरूर है कि इस दे नाल प्राइवेट मंडियां दी एक जिहड़ी है शुरुआत है वो पंजाब दे विच इस ढंग नाल हो चुकी है। भावें कि सरकार ये कह रही है कि असीं इस गल दे पूरे प्रबंध कीते है कि कोई भी व्यापारी बाहरों कणक लिया के इत्थे MSP ते ना बेच सके, भावें कि इस बार MSP तो वध रेट भी मिल रहा है जिहड़ी कौमांतरी मंडी च हालत बनी हुई है उन्हां करके। सो ये स्थिति तो हुण आउण वाले समय सरकार इस नूं किस तरह लैंदी है जां अज जिस तरह सरकार दी मीटिंग हैगी है कैबिनेट दी उहदे विच इस दा की नोटिस लिया जांदा है ये तां उस तो बाद ही पता लगेगा। जिन्नू साहब जिहड़ी जिस पासे वाल नूं किसान तुरे आ वो किते ये तां नहीं होएगा कि वो अपने हत्थ जिहड़े आ वो खुद ही वढ लैण जां अपने पैर खुद ही कुहाड़ी मार लैण
ਉਹ ਤਾਂ ਜੰਮੂ ਦੀ ਸਥਿਤੀ ਉੱਥੇ ਜਾ ਕੇ ਖੜ ਗਈ ਨਾ, ਜਿਹੜੇ ਖੇਤੀ ਕਾਨੂੰਨ ਨੇ ਕਰਨਾ ਸੀਗਾ ਤੇ ਖੇਤੀ ਕਾਨੂੰਨ ਵਾਪਸ ਕਰਾਏ, ਤਾਂ ਉਹਨਾਂ ਨੇ ਸਿੱਧੇ ਢੰਗ ਨਾਲ ਉਦੋਂ ਵੀ ਇਹ ਗੱਲ ਆਈ ਸੀਗੀ ਕਿ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਜਿਹੜੀਆਂ ਇਹੀ ਚੀਜ਼ਾਂ ਹੈਗੀਆਂ ਇਹਨਾਂ ਨੂੰ ਸਿੱਧੇ ਢੰਗ ਨਾਲ ਉੱਥੇ ਸਰਕਾਰਾਂ ਦੇ ਥਰੂ ਚੁੱਪ ਚਪੀਤੇ ਲਾਗੂ ਕਰ ਦਿੱਤਾ ਜਾਵੇ। ਹੁਣ ਇਸ ਗੱਲ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਜਿਹੜੀ ਇਸ ਮੰਡੀ ਨੂੰ ਸਰਕਾਰ ਨੇ ਨੋਟੀਫਾਈ ਕੀਤਾ ਤਾਂ ਹੀ ਉੱਥੇ ਕਣਕ ਜਿਹੜੀ ਹੈ ਵਿਕ ਰਹੀ ਹੈ, ਔਰ ਤਾਂ ਹੀ ਉੱਥੇ ਜਿਹੜੀ ਹੈ ਖਰੀਦਦਾਰ FCI ਬਣ ਕੇ ਗਈ ਹੈਗੀ ਹੈ। ਸੋ ਇਸ ਕਰਕੇ ਇਹਦਾ ਕਿਸਾਨ ਅੰਦੋਲਨ ਤੇ ਅਸਰ ਤਾਂ ਪਏਗਾ, ਕਿਸਾਨ ਜਥੇਬੰਦੀਆਂ ਚ ਆਪਸੀ ਵੀ ਖਿੱਚੋਤਾਣ ਵਧੇਗੀ। ਉਹਦੇ ਵਿੱਚ ਦੋ ਗੱਲਾਂ ਜਿਹੜੀਆਂ ਮੈਂ ਸ਼ੁਰੂ ਚ ਕਹੀਆਂ ਸੀ ਜੰਮੂ ਜੀ, ਕਿ ਇੱਕ ਤਾਂ ਚੋਣਾਂ ਤੋਂ ਜਿਹੜਾ ਦੂਰ ਰਹਿਣ ਦੀ ਗੱਲ ਸੀ, ਰਾਜਨੀਤੀ ਤੋਂ ਦੂਰ ਰਹਿਣ ਦੀ ਗੱਲ ਸੀ, ਉਹ ਵੀ ਕਿਸਾਨਾਂ ਨੇ ਕੀਤੀ, ਤੇ ਹੁਣ ਜਿਹੜੀ ਹੈ ਕਿ ਮੰਡੀਆਂ 'ਚ ਅਸੀਂ ਕਣਕ ਨਹੀਂ ਵੇਚਾਂਗੇ ਪ੍ਰਾਈਵੇਟ, ਉਹ ਹੁਣ ਵੇਚ ਰਹੇ। ਇਹ ਦੋਨੋਂ ਚੀਜ਼ਾਂ ਜਿਹੜੀਆਂ ਇਹ ਕਿਸਾਨ ਅੰਦੋਲਨ ਦੇ ਲਈ ਨਵਾਂ ਜਿਹੜੀਆਂ ਚੁਣੌਤੀ ਬਣ ਕੇ ਆ ਕੇ ਖੜ ਗਈਆਂ। ਤੇ ਮੇਰੇ ਖਿਆਲ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ 2 ਦਿਨ ਪਹਿਲਾਂ ਹੋਈ ਸੀ, ਉਹਦੇ 'ਚ ਏਕਤਾ ਬਾਰੇ ਇੱਕ ਕਮੇਟੀ ਵੀ ਬਣਾਈ ਹੈ। ਸ਼ਾਇਦ ਕਿਸਾਨਾਂ ਦੇ ਵਿੱਚ ਜਿਹੜਾ ਡੈਡਲਾਕ ਆਇਆ ਉਹਨੂੰ ਤੋੜਨ ਤੋਂ ਬਾਅਦ ਸ਼ਾਇਦ ਕੋਈ ਗੱਲ ਅੱਗੇ ਤੁਰਨ ਦੀ ਮੇਰੇ ਖਿਆਲ ਕੋਈ ਸੰਭਾਵਨਾ ਹੋ ਚਲੋ ਜੇ ਗੱਲ ਤੁਰੇ ਤਾਂ ਗੱਲ ਜੰਮੂ ਹੀ ਚੰਗੀ ਹੈ। ਵੈਸੇ ਤਾਂ ਇਦਾਂ ਦੀਆਂ ਵੀ ਖਬਰਾਂ ਆ ਰਹੀਆਂ ਕਿ ਰਾਜੇਵਾਲ ਤੇ ਲੱਖੋਵਾਲ ਜਿਹੜੇ ਆ ਇਹ ਆਪਣੀ ਯੂਨੀਅਨਾਂ ਨੂੰ ਇਕੱਠੇ ਕਰਨ ਦੇ ਲਈ, ਉਹਦੀ ਯੂਨਿਟੀ ਕਰਨ ਦੇ ਵੱਲ ਵੀ ਗੱਲ ਇਹਨਾਂ ਦੀ ਤੁਰ ਰਹੀ ਹੈ। ਪਰ ਚੱਲੇ ਗੱਲ ਚੰਗੀ ਗੱਲ ਹੈ, ਪਰ ਉਸ ਲੈਵਲ ਤੇ ਅੰਦੋਲਨ ਨੂੰ ਦੁਬਾਰਾ ਲੈ ਜਾਣਾ ਇਹ ਹਾਲ ਦੀਆਂ ਪਰਿਸਥਿਤੀਆਂ ਵਿੱਚ ਨਹੀਂ ਨਜ਼ਰ ਆ ਰਿਹਾ। ਚਲੋ ਇਹਦੇ ਤੇ ਤਾਂ ਬਾਅਦ ਦੇ ਵਿੱਚ ਗੌਰ ਕਰਨ ਦੀ ਲੋੜ ਪਏਗੀ। ਕਿਸਾਨ ਜਥੇਬੰਦੀਆਂ ਕੀ ਸਟੈਂਡ ਕਰਦੀਆਂ, ਕਿਵੇਂ ਆਪਣੀ ਏਕਤਾ ਨੂੰ ਮੇਨਟੇਨ ਕਰਨ ਵੱਲ ਵਧਦੀਆਂ ਅੱਗੇ, ਜਾਂ ਹੋਰ ਨੰਗਾਰਾ ਹੈਗਾ ਦੇਖਣਾ ਹੋਏਗਾ। ਪਰ ਕਿਸਾਨਾਂ ਦੀ ਜਿੰਨਾ ਚਿਰ ਏਕਤਾ ਨਹੀਂ ਹੁੰਦੀ, ਕਿਸਾਨ ਜਥੇਬੰਦੀਆਂ ਦੀ ਏਕਤਾ ਨਹੀਂ ਹੁੰਦੀ, ਉਹਨਾਂ ਚਿਰ ਜਿਹੜੀਆਂ ਕਾਰਪੋਰੇਟ ਅਦਾਰੇ ਆ ਇਹਨਾਂ ਦੀ ਮਾਰ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਆਸਾਨ ਨਹੀਂ ਹੋਏਗਾ। ਇਹ ਜੰਮੂ ਦੀ ਏਕਤਾ ਤਾਂ ਨੈਸ਼ਨਲ ਲੈਵਲ ਤੇ ਵੀ ਚਾਹੀਦੀ ਹੈ ਨਾ। ਉਹਨਾਂ ਜਥੇਬੰਦੀਆਂ ਨਾਲ ਜਿਹੜੀਆਂ SKM ਹੈਗਾ ਉਸ ਤੇ ਕਿਸ ਤਰ੍ਹਾਂ ਇਹਨਾਂ ਦੀ ਮਤਭੇਦ ਦੂਰ ਹੁੰਦੇ, ਉਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ। ਅਜੇ ਤਾਂ ਉਹ ਬਾਕੀ ਚੱਲ ਰਿਹਾ, ਰਕੇਸ਼ ਟਕੈਤ ਹੋਣੀ ਤੇ ਬਾਕੀ ਜਿਹੜੇ ਸਾਰੇ ਜਿਸ ਤਰ੍ਹਾਂ ਉਹ ਬਾਕੀ ਸੂਬਿਆਂ 'ਚ ਜਾ ਕੇ ਆਪਣੇ ਆਪ ਨੂੰ ਆਰਗੇਨਾਈਜ਼ ਕਰ ਰਿਹਾ, ਜਿਸ ਤਰ੍ਹਾਂ ਤੇਲੰਗਾਨਾ ਵਾਲਿਆਂ ਨੇ ਆਣ ਕੇ ਬਕਾਇਦਾ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਸੋ ਇਸ ਕਰਕੇ ਇੱਕ ਪਾਰਟ ਉਹ ਵੀ ਹੈਗਾ ਜੇ ਪੰਜਾਬ ਦੀਆਂ ਯੂਨੀਅਨਾਂ ਇਕੱਠੀਆਂ ਹੋਣ ਤਾਂ ਦੈਨ ਹੀ ਅੱਗੇ ਗੱਲ ਉਹਨਾਂ ਨਾਲ ਤੁਰ ਸਕਦੀ ਹੈ। ਜਾਂ ਜਿਸ ਤਰ੍ਹਾਂ ਜਿਹੜੀਆਂ ਯੂਨੀਅਨਾਂ ਨੇ ਪਹਿਲਾਂ ਚੋਣਾਂ 'ਚ ਭਾਗ ਨਹੀਂ ਲਿਆ ਤੇ ਉਹ ਅੰਦੋਲਨ ਦੇ ਨਾਲ ਖੜੀਆਂ ਰਹੀਆਂ, ਇੱਕ ਪੱਖ ਉਹ ਵੀ ਹੈਗਾ। ਸੋ ਇਸ ਦੇ ਨਾਲ ਹੀ ਕਿਸਾਨਾਂ ਨਾਲ ਜੁੜਿਆ ਹੋਇਆ ਇੱਕ ਹੋਰ ਮਸਲਾ ਹੈ, ਜਿਵੇਂ ਇਸ ਵਾਰੀ ਠੰਡ ਜ਼ਿਆਦਾ ਪਈ ਤੇ ਅਚਾਨਕ ਗਰਮੀ ਵੱਧ ਗਈ ਹੈ, ਉਹਦੇ ਨਾਲ ਕਣਕ ਦਾ ਦਾਣਾ ਜਿਹੜਾ ਬੜਾ ਬਰੀਕ ਪੈ ਗਿਆ, ਜਿਹਨੂੰ ਮੌਜੂ ਦਾਣਾ ਕਹਿ ਦਿੰਦੇ ਆ, ਜਾਂ ਦਾਣਾ ਸੁੰਗੜ ਗਿਆ। ਜਿਹੜੀਆਂ FCI ਦੀਆਂ ਜਿਹੜੀਆਂ ਉਹਨਾਂ ਦੀ ਸਪੈਸੀਫਿਕੇਸ਼ਨਾਂ ਸੀਗੀਆਂ, ਜਿਹੜੀਆਂ ਉਹਨਾਂ ਦੇ ਨਿਯਮ ਸੀ, ਉਹਨਾਂ ਦੇ ਮੁਤਾਬਕ ਉਹਨਾਂ ਤੋਂ ਦਾਣਾ ਜਿਹੜਾ 6% ਉਹ ਮੌਜੂ ਦਾਣਾ ਲੈ ਸਕਦੇ, ਪਰ ਦਾਣੇ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਪ੍ਰਸ਼ਤ ਜਿਹੜੀ ਵੱਧ ਗਈ ਹੈ। ਤੇ ਇਹਦੇ ਬਾਰੇ ਜਿਹੜੇ ਪੰਜਾਬ ਦੇ ਫੂਡ ਐਂਡ ਸਪਲਾਈ ਮੰਤਰੀ ਨੇ ਲਾਲਚੰਦ ਕਟਾਰੂ ਚੱਕ, ਉਹਨਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਵੀ ਸਾਨੂੰ ਇਹਦੇ ਤੋਂ ਛੋਟ ਦਿਓ। ਅਜੇ ਤੱਕ ਛੋਟ ਮਿਲੀ ਨਹੀਂ। ਕੇਂਦਰ ਸਰਕਾਰ ਆਪਣੀਆਂ ਟੀਮਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਭੇਜ ਰਹੀ ਹੈ। ਸੋ ਉਹਦੇ ਤੋਂ ਅੰਦਾਜ਼ਾ ਲਾਇਆ ਜਾਏਗਾ ਕਿ ਦਾਣਾ ਕਿੰਨਾ ਛੋਟਾ ਹੋਇਆ, ਕਿੰਨਾ ਦਾਣਾ ਸੁੰਗੜਿਆ। ਤੇ ਪੰਜਾਬ ਇਹਦੇ ਵਿੱਚ ਕਿਸਾਨਾਂ ਦਾ ਤਾਂ ਕਿਤੇ ਕੋਈ ਦੋਸ਼ ਨਹੀਂ ਹੈਗਾ। ਇਸ ਕਰਕੇ ਕਿਸਾਨਾਂ ਨੂੰ ਇਹ ਛੋਟ ਮਿਲਣੀ ਚਾਹੀਦੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜੱਬੂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਇਹ ਤਾਂ ਮੌਸਮ ਦੀ ਗੱਲ ਹੈਗੀ ਹੈ। ਇਹਦੇ ਚ ਕਿਸਾਨਾਂ ਦਾ ਤਾਂ ਬਿਲਕੁਲ ਕਸੂਰ ਨਹੀਂ, ਕਿਉਂਕਿ ਖੇਤੀ ਸਾਰਾ ਕੁਝ ਹੋਣ ਦੇ ਬਾਵਜੂਦ, ਨਵੀਂ ਟੈਕਨੋਲੋਜੀ ਦੇ ਬਾਵਜੂਦ, ਬਾਕੀ ਹੋਰ ਸਾਰੀਆਂ ਜਿਹੜੀਆਂ ਇਨਪੁਟਸ ਹੈ, ਸਹੂਲਤਾਂ, ਉਸ ਦੇ ਬਾਵਜੂਦ ਬਹੁਤ ਕੁਝ ਕੁਦਰਤ ਤੇ ਨਿਰਭਰ ਹੈ ਅਜੇ ਵੀ ਖੇਤੀ ਦਾ। ਤੇ ਉਹ ਜਿਹੜੀ ਕੁਦਰਤ ਦੀ ਜਿਹੜੀ ਵਾਤਾਵਰਨ ਹੈ ਜਿਹਦੇ ਵਿੱਚ ਫਸਲ ਨੇ ਪਲਣਾ ਹੁੰਦਾ ਹੈ, ਉਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਹੈਗਾ। ਸੋ ਇਸ ਕਰਕੇ ਜੇ ਉਹ ਕੁਝ ਦਾਣਾ ਦੇ ਜਿਹੜਾ ਤੁਸੀਂ ਮੌਜੂ ਦਾਣੇ ਦੀ ਗੱਲ ਕੀਤੀ ਹੈ, ਤਾਂ ਉਸ ਮੌਜੂ ਦਾਣੇ ਵਰਗੀਆਂ ਸਮੱਸਿਆਵਾਂ ਪਹਿਲਾਂ ਵੀ ਜਦੋਂ ਖਰੀਦ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਆਮ ਤੌਰ ਤੇ ਆਉਂਦੀਆਂ, ਕਿਤੇ ਨਮੀ ਦੀ ਮਾਮਲਾ ਆ ਜਾਂਦਾ, ਕਿਤੇ ਹੋਰ ਮਾਮਲੇ ਆ ਜਾਂਦੇ ਆ, ਤਾਂ ਉਦੋਂ ਵੀ ਜਿਹੜਾ FCI ਵੱਲੋਂ ਜਿਹੜੀਆਂ ਖਾਸ ਕਰਕੇ ਉਹਨਾਂ ਨੇ ਪੈਮਾਨਾ ਰੱਖਿਆ ਹੁੰਦਾ ਹੈ ਕਿ ਇਸ ਜਿਹੜੇ ਪੈਮਾਨੇ ਦੇ ਉੱਤੇ ਜਿਹੜੀ ਫਸਲ ਪੂਰੀ ਉਤਰਦੀ ਹੋਏਗੀ, ਕਣਕ ਹੈ ਚਾਹੇ ਝੋਨਾ ਹੈ, ਤਾਂ ਉਹੀ ਉਹ ਖਰੀਦਦੇ ਆ। ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਰਹੇ ਆ। ਇਹ ਵੀ ਉਸ ਤਰ੍ਹਾਂ ਦਾ ਇੱਕ ਮਾਮਲਾ ਹੈ, ਪਰ ਇਹ ਹੈ ਕਿ ਜਿਸ ਤਰ੍ਹਾਂ ਬੜੀ ਤੇਜ਼ੀ ਨਾਲ ਪਹਿਲਾਂ ਖਰੀਦ ਹੋ ਰਹੀ ਸੀਗੀ ਤੇ ਲੱਗਦਾ ਸੀਗਾ ਕਿ ਪੰਜਾਬ ਸਰਕਾਰ ਇਸ ਮਾਮਲੇ 'ਚ ਆਪਣਾ ਕੋਈ ਰਿਕਾਰਡ ਕਾਇਮ ਕਰੇਗੀ, ਉਹਦੇ ਵਿੱਚ ਇੱਕ ਖੜੋਤ ਜਿਹੜੀ ਹੈ ਉਹ ਆ ਗਈ ਹੈ। ਜਿਸ ਤਰ੍ਹਾਂ ਪੰਜਾਬ ਦੀਆਂ ਏਜੰਸੀਆਂ ਨੇ ਬਕਾਇਦਾ ਆਪਣੀ ਹੜਤਾਲ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਸਿੱਧੀ ਜ਼ਿੰਮੇਵਾਰੀ ਉਹਨਾਂ ਤੇ ਆਉਂਦੀ ਹੈ, ਜਿਹੜੇ ਇੰਸਪੈਕਟਰ ਜਾਂ ਜਿਹੜੇ ਇਹਨਾਂ ਦੇ ਅਧਿਕਾਰੀ ਉੱਥੇ ਖਰੀਦ ਕਰਦੇ ਆ ਕਿ ਤੁਸੀਂ ਇਹ ਖਰੀਦ ਕਿਉਂ ਕੀਤੀ। ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਆਪਣੇ ਜਿਹੜੇ ਗੱਲ ਹੈ ਉਹਨੂੰ
ਜ਼ੋਰਦਾਰ ਢੰਗ ਨਾਲ ਰੱਖਣ ਦੇ ਲਈ ਇਹ ਅੱਜ ਦੀ ਜਿਹੜੀ ਹੜਤਾਲ ਕੀਤੀ ਹੈ। ਤੇ ਲੱਗਦਾ ਹੈ ਜਿਸ ਤਰ੍ਹਾਂ ਕੇਂਦਰ ਵੱਲੋਂ ਵੀ FCI ਵੱਲੋਂ ਵੀ ਜਿਹੜੇ ਅੱਜ ਟੀਮਾਂ ਆ ਰਹੀਆਂ ਤਾਂ ਇਹ ਮਾਮਲਾ ਹੱਲ ਕਰ ਲਿਆ ਜਾਏਗਾ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਹੱਲ ਹੁੰਦੇ ਰਹੇ ਹੈ। ਤੇ ਜੇ ਕੋਈ ਇਸ ਮਾਮਲੇ 'ਚ ਅੜਚਣ ਆਉਂਦੀ ਹੈ ਤਾਂ ਫਿਰ ਜ਼ਰੂਰ ਹੈ ਕਿ ਇਸ ਦਾ ਅਸਰ ਜਿਹੜਾ ਖਰੀਦ ਤੇ ਵੀ ਪਏਗਾ, ਕਿਸਾਨਾਂ ਤੇ ਵੀ ਪਏਗਾ, ਔਰ ਕਿਸਾਨ ਜਿਹੜੇ ਫਸਲ ਦੇ ਭਾਅ ਦੇ ਉੱਤੇ ਵੀ ਪਏਗਾ। ਤੇ ਨਾਲ ਜਨਰਲ ਸਾਹਿਬ ਕਿਸਾਨਾਂ ਦੇ ਉੱਪਰ ਤਾਂ ਆਲਰੇਡੀ ਪੈ ਗਿਆ। ਦਾਣਾ ਸੁੰਗੜਨ ਕਰਕੇ ਹਰ ਖੇਤ ਦੇ ਵਿੱਚੋਂ ਇੱਕ ਖੇਤ ਦੇ ਵਿੱਚੋਂ 3 ਤੋਂ ਲੈ ਕੇ 4 ਕੁਆਂਟਲ ਤੱਕ ਕਣਕ ਦਾ ਝਾੜ ਜਿਹੜਾ ਘਟ ਚੁੱਕਾ ਹੈ। ਇਹਦੇ ਨਾਲ ਲਾ ਲਓ ਘੱਟੋ ਘੱਟ ਕਿਸਾਨਾਂ ਨੂੰ 10,000 ਤੱਕ ਪਰ ਏਕੜ ਜਿਹੜਾ ਨਾ ਉਹ ਨੁਕਸਾਨ ਜਿਹੜਾ ਪਹਿਲਾਂ ਹੀ ਹੋ ਚੁੱਕਾ ਹੈ। ਉਹਦੇ ਲਈ ਤਾਂ ਜੰਮੂ ਜੀ ਮੁਆਵਜ਼ੇ ਦੀ ਵੀ ਮੰਗ ਆ ਹੀ ਰਹੀ ਹੈ ਨਾ। ਹਾਂਜੀ ਉਹਦੇ ਲਈ ਤਾਂ ਉਹ ਤਾਂ ਹੁਣ ਪੰਜਾਬ ਸਰਕਾਰ ਤੇ ਨਿਰਭਰ ਹੈ ਕਿ ਕਿਸਾਨਾਂ ਦੀ ਇਸ ਸਥਿਤੀ ਵਿੱਚ ਜਿਹੜੀ ਹਾਲਤ ਹੈ ਉਸ ਨੂੰ ਕਿਸ ਤਰ੍ਹਾਂ ਉਹ ਲੈਂਦੇ ਆ, ਉਹਦੇ ਬਾਰੇ ਕੀ ਫੈਸਲਾ ਕਰਦੇ ਆ। ਇਹ ਤਾਂ ਹੁਣ ਪੰਜਾਬ ਸਰਕਾਰ ਲਈ ਇੱਕ ਵੱਖਰੇ ਤੌਰ ਤੇ ਵੀ ਚੁਣੌਤੀ ਜਿਹੜੀ ਹੈ ਉਹ ਬਣ ਗਈ ਹੈਗੀ ਹੈ, ਕਿਉਂਕਿ ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਘੱਟ ਪੈਦਾ ਹੋਈ ਹੈ। ਬਹੁਤ ਰੇਅਰ ਹੀ ਹੁੰਦਾ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ। ਤਾਂ ਹੁਣ ਇਸ ਵਾਰ ਜਿਹੜੀ ਸਥਿਤੀ ਹੈ, ਪਹਿਲਾਂ ਤਾਂ ਇਹ ਹੈ ਕਿ ਜਿਹੜੀਆਂ ਟੀਮਾਂ ਆ ਰਹੀਆਂ ਉਹ ਇਹਦੇ ਤੇ ਕੀ ਫੈਸਲਾ ਲੈਂਦੀਆਂ ਉਹ ਦੇਖਣ ਵਾਲੀ ਗੱਲ ਰਹਿ ਗਈ ਅੱਜ। ਜੇ ਉਹ ਹੋ ਜਾਂਦਾ ਹੈ ਤਾਂ ਜਿਹੜੇ ਨੁਕਸਾਨ ਦੀ ਤੁਸੀਂ ਗੱਲ ਕੀਤੀ ਹੈ ਝਾੜ ਦੀ, ਤਾਂ ਉਸ ਦੇ ਵਿੱਚ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਕਿੱਦਾਂ ਕੰਪਨਸੇਟ ਕੀਤਾ ਜਾਂਦਾ, ਕੀ ਮੁਆਵਜ਼ਾ ਮਿਲਦਾ ਹੈ, ਉਹਦੇ 'ਚ ਕੇਂਦਰ ਦੀ ਕੀ ਭੂਮਿਕਾ ਰਹਿੰਦੀ ਹੈ, ਪੰਜਾਬ ਦੀ ਕੀ ਭੂਮਿਕਾ ਰਹਿੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਜ਼ਰੂਰ ਹੈ ਕਿ ਪੰਜਾਬ ਸਰਕਾਰ ਲਈ ਖਰੀਦ ਦੇ ਮੌਸਮ ਦੇ ਵਿੱਚ ਇੱਕ ਚੁਣੌਤੀ ਜ਼ਰੂਰ ਹੈ ਵੱਡੀ ਬਣ ਗਈ। ਪਰ ਇਹਦੇ ਨਾਲ ਜਿਹੜੀ, ਕਿਉਂਕਿ ਭਗਵੰਤ ਮਾਨ ਹੋਣੀ ਵੀ ਕਹਿੰਦੇ ਰਹੇ ਵੀ ਅਸੀਂ ਫਸਲਾਂ ਦਾ ਜਿੱਥੇ ਕਿਤੇ ਨੁਕਸਾਨ ਹੋਏਗਾ ਫੌਰੀ ਮੁਆਵਜ਼ਾ ਦੇਵਾਂਗੇ। ਇਹ ਵੀ ਇੱਕ ਨੁਕਸਾਨ ਹੈ। ਇਹ ਵੀ ਤਾਂ ਭਗਵੰਤ ਮਾਨ ਸਰਕਾਰ ਲਈ ਇੱਕ ਵੱਡਾ ਚੈਲੰਜ ਹੈ। ਨਹੀਂ, ਉਹ ਮੁਆਵਜ਼ਾ ਦੇਣਾ ਬਣਦਾ ਹੈਗਾ, ਕਿਉਂਕਿ ਉਹ ਕਿਸਾਨਾਂ ਦੇ ਕੋਈ ਆਪਦੀ ਜਿਹੜੀ ਕਿਸਾਨਾਂ ਦੀ ਗਲਤੀ ਕਰਕੇ ਨਹੀਂ, ਉਹ ਤਾਂ ਕੁਦਰਤ ਦੀ ਜਿਹੜੇ ਮੌਸਮ ਹੈ, ਕੁਦਰਤ ਦੀ ਜਿਹੜੀ ਮਾਰ ਹੈ ਉਹਦੇ ਕਰਕੇ ਜੋ ਕੁਝ ਹੋਇਆ ਹੈ। ਤਾਂ ਇਸ ਕਰਕੇ ਕਿਸਾਨ ਇਸ ਲਈ ਮੁਆਵਜ਼ੇ ਦੇ ਹੱਕਦਾਰ ਨੇ। ਸੋ ਦੇਖਦੇ ਆ ਇਹਦੇ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਈ ਕਿਸਾਨਾਂ ਦੀ ਬਾਹ ਫੜੇਗੀ, ਉਹਨਾਂ ਨੂੰ ਬੋਨਸ ਜਿਹੜਾ 500 ਰੁਪਏ ਪਰ ਕੁਇੰਟਲ ਮੰਗਿਆ ਜਾ ਰਿਹਾ ਉਹ ਦੇਗੀ, ਜਾਂ ਇਹਦੇ ਤੇ ਕੀ ਰੁਖ ਅਪਣਾਉਂਦੀ ਹੈ ਦੇਖਣਾ ਹੋਏਗਾ। ਇਸ ਤੋਂ ਜਨਰਲ ਸਾਹਿਬ ਅਗਲੀ ਖਬਰ ਦਾ ਰੁਖ ਕਰਦੇ ਆ, ਅਗਲੇ ਮਸਲੇ ਦਾ ਰੁਖ ਕਰਦੇ ਆ, ਖਾਸ ਕਰਕੇ ਬਿਜਲੀ 300 ਯੂਨਿਟ ਮੁਫਤ ਬਿਜਲੀ ਦੇਣ ਦਾ ਮਾਮਲਾ। ਇਸ ਮਾਮਲੇ ਨੂੰ ਲੈ ਕੇ ਕਾਫੀ ਵਾਦ ਵਿਵਾਦ ਵੀ ਚੱਲ ਰਿਹਾ ਤੇ ਪਰਸੋਂ ਅਧਿਕਾਰੀਆਂ ਦੀ ਮੀਟਿੰਗ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਹੋਈ ਸੀ। ਕੱਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ, ਜਿੱਥੇ ਉਹ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੂੰ ਮਿਲੇ ਆ, ਉਹਨਾਂ ਨੇ ਇੱਕ ਲੰਮੀ ਚੌੜੀ ਮੀਟਿੰਗ ਜਿਹੜੀ ਆ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਕੀਤੀ। ਉਸ ਮੀਟਿੰਗ ਦੇ ਵਿੱਚ ਸੂਬੇ ਦੇ ਵਿੱਤ ਮੰਤਰੀ ਜਿਹੜੇ ਹਰਪਾਲ ਚੀਮਾ ਵੀ ਹਾਜ਼ਰ ਸੀਗੇ ਤੇ ਮੁੱਖ ਮੰਤਰੀ ਨੇ ਟਵੀਟ ਕਰਕੇ ਬਾਅਦ ਦੇ ਵਿੱਚ ਕਿਹਾ ਵੀ ਅਸੀਂ ਜਲਦੀ ਇੱਕ ਖੁਸ਼ਖਬਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਦੇਣ ਵਾਲੇ ਆ। ਉਹ ਖੁਸ਼ਖਬਰੀ ਇਹੀ ਸਮਝਿਆ ਜਾ ਰਿਹਾ ਵੀ 300 ਯੂਨਿਟ ਜਿਹੜੀ ਮੁਫਤ ਬਿਜਲੀ ਦੇਣੀ ਆ। ਇਸ ਮੁਫਤ ਬਿਜਲੀ ਜਿਹੜੀ ਹੈ ਟੋਟਲ ਜਿਹੜੀ ਹੈ ਦੇਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਵੀ 23,000 ਕਰੋੜ ਤੋਂ ਵੱਧ ਦਾ ਪੰਜਾਬ ਜਿਹੜਾ ਬਿਜਲੀ ਬੋਰਡ ਆ ਉਹਦੇ ਦੇ ਉੱਪਰ ਬਰਡਨ ਪਏਗਾ। ਤੇ ਸਾਡਾ ਜਿਹੜਾ ਬਜਟ ਘਾਟਾ ਉਹ 24,000 ਕਰੋੜ ਦਾ, ਇਹਦੇ ਨਾਲ ਬਜਟ ਘਾਟਾ ਹੋਰ ਵਧੇਗਾ। ਇਹਦੀ ਭਰਪਾਈ ਕਿੱਥੋਂ ਕੀਤੀ ਜਾਏਗੀ, ਇਸ ਮਸਲੇ ਨੂੰ ਲੈ ਕੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਵੀ ਕਿਹਾ ਗਿਆ ਜੇ 300 ਤੋਂ ਵੱਧ ਯੂਨਿਟ ਕੋਈ ਬਾਲਦਾ ਤਾਂ ਉਹਨੂੰ ਪੂਰਾ ਬਿੱਲ ਦੇਣਾ ਪਏਗਾ। ਇਹਦੇ ਨਾਲ ਕਈ ਕਿਸਮ ਦੀਆਂ ਰਕਮਾਂ ਜਿਹੜੇ ਜਮ੍ਹਾਂ ਤਕਸੀਮ ਕੀਤੀ ਗਈ ਹੈ ਤੇ ਇਸ ਸਥਿਤੀ ਦੇ ਵਿੱਚ 13,500 ਕਰੋੜ ਘਾਟਾ ਹੀ ਪੈਣ ਦਾ ਪੋਸੀਬਿਲਿਟੀ ਹੈ। ਇਹ ਕਈ ਸਾਰੇ ਸਵਾਲ ਨੇ, ਇਹਨਾਂ ਨੂੰ ਕਿਵੇਂ ਹੱਲ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ। ਕੇਜਰੀਵਾਲ ਤੋਂ ਜਿਹੜਾ ਕਿ ਦਿੱਲੀ ਦੇ ਵਿੱਚ 300 ਯੂਨਿਟ ਮੁਫਤ ਦਿੱਤੀ ਜਾਂਦੀ ਹੈ, ਉਹ ਫਾਰਮੂਲਾ ਵੀ ਜਿਹੜਾ ਇਹਨਾਂ ਦੇਖਿਆ ਹੈ, ਉਹਦੇ ਬਾਰੇ ਵੀ ਚਰਚਾ ਕੀਤੀ। ਹੁਣ ਜਿਹੜਾ ਬਿਜਲੀ ਬੋਰਡ ਆ ਪੰਜਾਬ ਦਾ ਉਹ ਪਹਿਲਾਂ ਹੀ ਘਾਟੇ ਦੇ ਵਿੱਚ ਹੈ ਤੇ ਇਹ ਉਸ ਤੋਂ ਪਹਿਲਾਂ ਕਿਸਾਨਾਂ ਦੀ ਸਬਸਿਡੀ ਦਾ ਮਸਲਾ ਵੀ ਹੈਗਾ, ਆੜਤੀਆਂ ਦੀ ਜਿਹੜੀ ਆ ਵਪਾਰੀਆਂ ਦੀ ਸਬਸਿਡੀ ਹੈ, ਜਿਹੜੇ ਇੰਡਸਟਰੀ ਦੀ ਜਿਹੜੀ ਸਬਸਿਡੀ ਉਹ ਵੀ ਹੈਗੀ ਆ, ਤੇ ਜਿਹੜੇ ਛੋਟੇ ਲੋਕ ਨੇ, ਗਰੀਬ ਨੇ, ਉਹਨਾਂ ਨੂੰ ਵੀ ਸਬਸਿਡੀ ਤੇ ਬਿਜਲੀ ਦਿੱਤੀ ਜਾਂਦੀ ਹੈ। ਉਹ ਮਸਲੇ ਵੀ ਨਾਲ ਜੁੜੇ ਹੋਏ ਨੇ। ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ? ਦੇਖੋ, ਬਿਜਲੀ ਜਿਹੜੀ ਮੁਫਤ ਦੇਣ ਦਾ 300 ਯੂਨਿਟ ਤੱਕ ਦੀ ਗੱਲ ਹੈ, ਕਿਉਂਕਿ ਪੰਜਾਬ 'ਚ ਤਾਂ ਪਹਿਲਾਂ ਵੀ ਜਿਹੜਾ ਕਿਸਾਨਾਂ ਨੂੰ ਵੀ ਜਿਹੜੇ ਮੁਫਤ ਬਿਜਲੀ ਜਿਹੜੀ ਸਿੰਚਾਈ ਲਈ ਦਿੱਤੀ ਜਾਂਦੀ ਰਹੀ ਹੈ। ਨਹੀਂ, ਉਹ 7,000 ਕਰੋੜ ਦੀ ਸਬਸਿਡੀ ਬਿੱਲ ਹੈਗਾ ਉਹ। ਹਾਂਜੀ, ਤਾਂ ਇਸ ਕਰਕੇ ਜਿਹੜਾ ਬਿਜਲੀ ਬੋਰਡ ਹੈ ਉਹ ਪਹਿਲਾਂ ਹੀ 17,000 ਕਰੋੜ ਦੇ ਘਾਟੇ 'ਚ ਜਿਹੜੀਆਂ ਫਿਗਰ ਬੋਰਡ ਵੱਲੋਂ ਜਾਰੀ ਹੋਈਆਂ। ਔਰ ਜਿਸ ਤਰ੍ਹਾਂ ਜਿਹੜੀ ਇਹ 300 ਯੂਨਿਟ ਜੇ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਤਾਂ ਉਸ ਦੇ ਵਿੱਚ 23,300 ਕਰੋੜ ਰੁਪਏ ਦਾ ਘਾਟਾ ਜਿਹੜਾ ਹੈ ਹੋਰ ਸ਼ਾਮਲ ਹੋ ਜਾਏਗਾ। ਤੇ ਪੰਜਾਬ ਦੇ ਵਿੱਚ ਜਿਹੜਾ 24,000 ਦਾ ਘਾਟੇ ਦਾ ਅੱਗੇ ਬਜਟ ਹੈ, ਤਾਂ ਇਸ ਕਰਕੇ ਜਿਹੜਾ ਇਹ ਸਾਰਾ ਘਾਟਾ ਜੇ ਤੁਸੀਂ ਮਿਲਾ ਲਓ ਤਾਂ ਲਗਭਗ 47-48 ਕਰੋੜ ਦੇ ਕਰੀਬ ਜਾਂ ਪਹੁੰਚਦਾ 48,000 ਕਰੋੜ ਦੇ ਕਰੀਬ ਪਹੁੰਚ ਜਾਂਦਾ। ਸੋ ਇਸ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਨੂੰ ਚਲਾਉਣਗੇ, ਤਾਂ ਕਿਸ ਤਰ੍ਹਾਂ ਇਹ ਸਾਰਾ ਕੁਝ ਵਾਇਆਬਲ ਹੋਊਗਾ, ਇਹ ਤਾਂ ਇੱਕ ਵੱਖਰਾ ਮਾਮਲਾ ਹੈਗਾ।
पर ये जरूर है कि बिजली मुफ्त देने के लिए जिस तरह उन्होंने गारंटी की सीगी, ये उन्होंने वालों दिते जाण दा जिहड़ा मामला है, इहदे बारे उदों भी सवाल उठे सी। तुहानूं याद होएगा कि जदों केजरीवाल होना ने सब तो पहली गारंटी जिहड़ी है, पहली गारंटी इत्थे चंडीगढ़ प्रेस क्लब च दित्ती सी, चंडीगढ़ उन्होंने की सी। तां उदों भी इस गल दे उत्ते सवाल उठे सीगे बकायदा कि जदों तुसीं 300 यूनिट तो उपर जाएगी तां फिर तुहानूं पूरा बिल देना पेगा। ਤਾਂ ਉਸ ਦੇ ਵਿੱਚ ਜਿਹੜੀ ਹੁਣ 300 ਯੂਨਿਟ ਤੋਂ ਉੱਪਰ ਜੇ ਬਿਜਲੀ ਜਾਂਦੀ ਹੈ ਤਾਂ ਜੇ ਉਹਨਾਂ ਨੂੰ ਪੂਰਾ ਬਿੱਲ ਦੇਣਾ ਪਏਗਾ, ਚਾਹੇ ਉਹ ਕੋਈ ਕਿਸ ਤਰ੍ਹਾਂ ਦੇ ਹੁਣ ਪਰਿਵਾਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਬਿਜਲੀ ਦੀ ਵਰਤੋਂ ਹੈ, ਉਹ ਤਾਂ ਵੱਖ-ਵੱਖ ਢੰਗ ਨਾਲ ਵੱਖ-ਵੱਖ ਜਿਹੜੇ ਉਹਦੇ ਮੇਜਰ ਹੋਣਗੇ। ਪਰ ਇਹ ਜ਼ਰੂਰ ਹੈ ਕਿ ਇਹਦਾ ਮਤਲਬ ਹੈ ਕਿ ਉਸ ਤੋਂ ਬਾਅਦ ਤਾਂ ਉਹਨੂੰ ਪੂਰਾ ਬਿੱਲ ਦੇਣਾ ਪਏਗਾ। 300 ਯੂਨਿਟ ਤੱਕ ਉਦੋਂ ਵੀ ਲੋਕ ਕਹਿੰਦੇ ਸੀ ਕਿ 300 ਯੂਨਿਟ ਤੱਕ ਘੱਟੋ ਘੱਟ ਜਿਹੜੀ ਹੈ ਉਹ ਮਾਫ ਰਹਿਣੀ ਚਾਹੀਦੀ ਹੈ ਨਾ, ਜਿਹੜੀ ਤੁਸੀਂ ਮਾਫ ਕਰ ਰਹੇ ਹੋ। ਜਿਹੜਾ ਉੱਪਰ ਉਸ ਤੋਂ ਆਉਂਦਾ ਤੁਸੀਂ ਉਸ ਦਾ ਬਿੱਲ ਲੈ ਲਓ। पर उदों भी इस गल नूं बड़ा गोल मोल ढंग नाल कहा गया सीगा, हां जी होएगा। पर हुण जिहड़ी स्थिति है, जिस तरह तुसीं दस रहे, जिस तरह अज कैबिनेट दा फैसला लेना कैबिनेट ने, उहदे विच की फैसला सामने आउंदा कि जिहड़ी 300 यूनिट बिजली दित्ती जानी है कि जे 300 यूनिट तो वध जे किते बल जांदी है बिजली तां उहनूं की 300 यूनिट उस दे भी पैसे देने पैणगे, जां जिहड़ी वो 300 यूनिट बिजली हैगी है उस नूं माफ करके उस तो उपर जिहड़ी बिजली उसने बाली होएगी या उसने वरतों की होएगी उस दे पैसे उसनूं देने पैणगे। एक तां इहदे बहुत वड्डा सवाल है। दूसरा जिहड़ा फाइनांस दा सवाल है। तीसरा जिस ढंग नाल वो सारा कुछ कीता जा रहा है उस ते भी कई तरह के प्रश्न चिन्ह उठ रहे हैं, क्योंकि जदों बिजली 300 यूनिट ना देने की गल की सी तां उदों चन्नी सरकार ने भी ये गल कही सी कि असीं भी देंगे। सो इस करके ये सारी जिहड़ी बिजली मुफ्त देने की गल है ये चल तां पुरानी रही है, पर जिस ढंग नाल बिजली की स्थिति बनी हुई है, केंद्र कोला जिस तरह मौके ते आण के कई बारी ना कर दिंदा, तुहाडे इत्थे जिहड़े तुसीं बिजली समझौते कीते आ उहदे च तुहानूं महंगी बिजली मिलदी है। और ये सारा चलेगा किस तरह, क्योंकि जदों उदों भी ये गल्लां आईयां सीगीआं तां इस गल दे सवाल उदों भी उठे सीगे ते हुण भी वो सवाल कायम है कि जिहड़ी तुसीं गारंटी दे रहे हो, जिहड़ी तुसीं सहूलत दे रहे हो, उहदी वायबिलिटी की है, वो सारा कुछ कित्थों आएगा? ये सवाल अज भी उस तरह ही खड़े होए आ। सो इस करके फैसला हुण 300 यूनिट दा होवे, ये लोकां लई बड़ी चंगी गल हैगी है, लोगों के भले की गल हैगी है, लोगों के कल्याण की गल हैगी है, तो ये चंगी गल है। पर इसनूं वायबल किस तरह बनाया जाएगा वो जो गल सामने आएगी उहदे बारे तो फिर ही कुछ कहा जा सकता। पर जिस ढंग नाल दिल्ली विच मीटिंग हुई है इसनूं लैके उसने भी अपने तौर पर कई जिहड़े है सवाल खड़े कर दिते हैं कि कोई मुख्यमंत्री इस तरह दूसरे सूबे का मुख्यमंत्री इस तरह मीटिंग कर सकता अधिकारियों के नाल, क्योंकि अधिकारियों भी जदों वो किसी सूबे की अलाट होंदा है उन्होंने केडर, तो उहदे विच ये उन्होंने बकायदा सौं चुकाई जाती है कि वो जिहड़े उस सूबे के हित लई काम करनगे ते उस सूबे के जिहड़े राज होणगे वो जिहड़ी संविधानक उन्हां दी जिम्मेवारी है, ते जिहड़ी संविधानक पद के उत्ते बंदा है उस सूबे दे विच वो उस नाल ही वो साझे करनगे। पर ये दूसरे थां ते जाके इस ढंग नाल जिस तरह साझे कीते गए है, इसने कई तरह के सवाल खड़े कर दिते हैं, क्योंकि कई मामलों के उत्ते दिल्ली ते पंजाब दे हित आपस में टकराउंदे भी है। जिस तरह पानियां दा मामला हैगा, पहलां जिवें प्रदूषण के मामले ते पराली सड़न के मामले ते भी इस तरह दीयां गल्लां सामने आईयां। सो इस करके दूसरे सूबे का जो मुख्यमंत्री तुहाडी मीटिंग लेगा उन्हां दे अधिकारियों की ते उस दे जे तां उत्थे मुख्यमंत्री सूबे का आप हाजिर होवे गल वखरी है। हुण कई बारी ये गल्लां बहुत आ रही कि कांग्रेस दे विच भी इदां सीगा, जदों अकाली भाजपा सरकार सी उदों भी जिहड़ी हरसिमरत कौर बादल सीगी केंद्र च मंत्री सीगी तां उन्हां खेती कानूनां दी उदों हमायत कीती सी। तां इस तरह जिहड़ा सोनिया गांधी जां हाई कमांड है जिहड़ी कांग्रेस दी वो भी दखल दिंदी रही है, पर वो पार्टी लैवल ते हुंदा रहा। वो पार्टी लैवल ते हुण जे केजरीवाल होनी सारे कैबिनेट की मीटिंग बुला लैण उत्थे भावें किसी नूं कोई इतराज नहीं होएगा, पर यह जरूर है कि जे तुसीं जिहड़ी एक स्टेट मशीनरी है जिंदे कि संविधानिक तौर पर जिम्मेवारी वो बनती है कि वो भगवंत मान नूं जवाब दे है, उसनूं उत्थे जदों बुलाओगे तो उनके मामले के उत्ते इस तरह के सवाल जिहड़े है खड़े होणगे। और उस मीटिंग च भी मुख्यमंत्री केजरीवाल, सतिंदर जैन जिहड़े उन्हां दे मंत्री है ते राघव चड्ढा होनी हाजिर सी, पर पंजाब का कोई मंत्री हाजिर नहीं सी। जे तां पंजाब के मंत्री हाजिर होंदे तां किसी नूं कोई इतराज नहीं सी होना। पर यह जरूर है कि चलो उस तो बाद मीटिंग तो बाद 3 घंटे की मीटिंग तो बाद मुख्यमंत्री भगवंत मान होनी और बकायदा जिहड़े वित्त मंत्री है हरपाल चीमा होनी वो उन्होंने मिले है। तो उस तो बाद ये गल ट्वीट की है भगवंत मान ने कि असीं कल नूं कोई वड्डा ऐलान करन जाने। वड्डे ऐलान के बारे यही आ रहा है कि 300 यूनिट जिहड़ी बिजली की गल है वो आ रही है।
ਉਹਦੇ ਲਈ ਇੱਕ ਤਾਂ ਜਿਹੜੀ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਹੈ ਕਿ ਉਹ ਜਿਹੜੀ ਹੈ ਉਹ ਪੰਜਾਬ ਦੇ ਲੋਕ ਸ਼ਾਇਦ ਇਸ ਨੂੰ ਚੰਗਾ ਨਾ ਸਮਝਣ। ਔਰ ਜਿਸ ਤਰ੍ਹਾਂ ਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀਗਾ ਕਿ ਇਲੈਕਸ਼ਨ ਤੋਂ ਕਿ ਫੈਸਲੇ ਜਿਹੜੇ ਪੰਜਾਬ ਦੇ ਉਹ ਦਿੱਲੀ 'ਚ ਹੋਣਗੇ, ਤਾਂ ਦਿੱਲੀ ਨਾਲ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਦੋਂ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਬਣਨਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਹਮੇਸ਼ਾ ਹੀ ਪੰਜਾਬ ਨੇ ਇਸ ਗੱਲ ਨੂੰ ਮਾੜਾ ਸਮਝਿਆ ਕਿ ਕੋਈ ਸਾਨੂੰ ਉੱਤੋਂ ਬਹਿ ਕੇ ਕੰਟਰੋਲ ਕਰੇ। ਸੋ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਉਹ ਭਗਵੰਤ ਮਾਨ ਲਈ ਵੀ ਕੋਈ ਚੰਗੀ ਨਹੀਂ ਹੋਏਗੀ, ਪੰਜਾਬ ਲਈ ਵੀ ਕੋਈ ਚੰਗੀ ਨਹੀਂ ਹੋਏਗੀ। ਤਾਂ ਇਸ ਸਥਿਤੀ ਤੋਂ ਇਹੋ ਜਿਹੀ ਨਾ ਬਣੇ, ਇਸ ਤੋਂ ਬਚਣਾ ਚਾਹੀਦਾ ਹੈਗਾ। ਇਸ ਸਰਕਾਰ ਨੂੰ ਵੀ, ਭਗਵੰਤ ਮਾਨ ਨੂੰ ਵੀ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਜੰਡੂ ਸਾਹਿਬ, ਇੱਕ ਮੈਂ ਤੁਹਾਡੇ ਤੋਂ ਸੰਖੇਪ ਚ ਕਮੈਂਟ ਲੈਣਾ ਚਾਹਾਂਗਾ। ਇੱਕ ਤਾਂ ਅੱਜ ਜਲਿਆਂਵਾਲੇ ਬਾਗ ਦੇ ਸਾਕੇ ਦੀ 103ਵੀਂ ਜਿਹੜੀ ਆ ਵਰ੍ਹੇਗੰਢ ਹੈ, ਮਤਲਬ ਉਹਨੂੰ 103 ਸਾਲ ਹੋ ਗਏ ਹੈ। ਅਜੇ ਵੀ ਸਾਡੇ ਦੇਸ਼ ਦੇ ਲੋਕਾਂ ਦੀਆਂ ਯਾਦਾਂ ਦੇ ਵਿੱਚ ਉਹ ਘਟਨਾ, ਜਿਵੇਂ ਉੱਥੇ ਸ਼ਹਾਦਤਾਂ ਹੋਈਆਂ ਲੋਕਾਂ ਦੀਆਂ ਯਾਦਾਂ ਦੇ ਵਿੱਚ ਅੱਜ ਵੀ ਯਾਦ ਹੈ। ਤੇ ਲੋਕ ਸਾਡੇ ਖਾਸ ਕਰਕੇ ਪੰਜਾਬ ਦੇ ਵਿਸਾਖੀ ਵਾਲਾ ਦਿਨ ਜਦੋਂ ਮਨਾਉਂਦੇ ਆ, ਉਹ ਜਲਿਆਂਵਾਲੇ ਬਾਗ ਦੇ ਸਾਕੇ ਦੀ ਜ਼ਰੂਰ ਚਰਚਾ ਕਰਦੇ, ਜਿਵੇਂ ਉੱਥੇ ਲੋਕਾਂ ਦਾ ਖੂਨ ਵਹਾਇਆ ਗਿਆ ਸੀਗਾ ਉਹਦੇ ਬਾਰੇ। ਤੇ ਦੂਜੀ, ਪੰਜਾਬ ਦੇ ਜਿਹੜੇ ਰਾਜਪਾਲ ਆ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਆ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਆ, ਉਹਨਾਂ ਦੇ ਦੌਰੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਵੀ ਰਾਜਪਾਲ ਦਾ ਇਹ ਕੰਮ ਨਹੀਂ ਹੁੰਦਾ ਜਿਹੜਾ ਰਾਜਪਾਲ ਕਰ ਰਿਹਾ। ਸੋ ਇਹ ਦੋ ਮਾਮਲੇ, ਇਹਨਾਂ ਤੇ ਸੰਖੇਪ ਟਿੱਪਣੀਆਂ ਨਾਲ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਖਤਮ ਕਰਾਂਗੇ। ਦੇਖੋ, ਜਿਹੜੇ ਜਲਿਆਂਵਾਲੇ ਬਾਗ ਦੀ ਗੱਲ ਕੀਤੀ ਹੈਗੀ ਆ ਕਿ ਉਹ ਤਾਂ ਇੱਕ ਇਤਿਹਾਸਿਕ ਜਿਸ ਤਰ੍ਹਾਂ ਦਾ ਉਹ ਥਾਂ ਹੈਗੀ ਆ, ਔਰ ਜਿਸ ਢੰਗ ਨਾਲ ਵਿਸਾਖੀ ਦੇ ਦਿਹਾੜੇ ਤੇ ਉੱਥੇ ਜੋ ਕੁਝ ਵਾਪਰਿਆ ਉਹਨੂੰ ਦੁਹਰਾਉਣ ਦੀ ਲੋੜ ਨਹੀਂ। ਲਗਭਗ ਸਾਰੇ ਹੀ ਸਾਡੇ ਦਰਸ਼ਕ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹੈਗੇ ਆ। ਪਰ ਇਹ ਜ਼ਰੂਰ ਹੈ ਕਿ ਜਿਸ ਢੰਗ ਨਾਲ ਪਿੱਛੇ ਜਲਿਆਂਵਾਲੇ ਬਾਗ ਦੀ ਮੋਡੀਫਿਕੇਸ਼ਨ ਕੀਤੀ ਗਈ, ਜਿਸ ਢੰਗ ਨਾਲ ਉਹਨੂੰ ਦੁਬਾਰਾ ਬਣਾਇਆ ਗਿਆ, ਉਸ ਦੇ ਉੱਤੇ ਵੀ ਕਾਫੀ ਜਥੇਬੰਦੀਆਂ ਨੇ ਇਤਰਾਜ਼ ਵੀ ਉਠਾਇਆ ਸੀ, ਉਹਦੇ ਲਈ ਧਰਨੇ ਵੀ ਲੱਗਦੇ ਰਹੇ, ਔਰ ਸਾਰਾ ਕੁਝ ਉਹ ਜਿਹੜਾ ਹੁੰਦਾ ਰਿਹਾ ਕਿ ਉਸ ਨੂੰ ਉਸੇ ਹੀ ਰੂਪ 'ਚ ਰੱਖਿਆ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਦਾ ਉਦੋਂ ਉਹ ਨਜ਼ਰ ਆਉਂਦਾ ਸੀ, ਜਾਂ ਜੋ ਕੁਝ ਜਿਹੜੀ ਯਾਦਗਾਰ ਸੀਗੀ ਉਹ ਉਸ ਤਰ੍ਹਾਂ ਹੀ ਰਹਿਣੀ ਚਾਹੀਦੀ ਸੀ। ਸੋ ਇੱਕ ਤਾਂ ਇਹ ਹੈਗਾ। ਦੂਸਰਾ ਪੱਖ ਇਹ ਹੈਗਾ ਕਿ ਵੀ ਉੱਥੇ ਅੱਜ ਸਰਕਾਰੀ ਫੰਕਸ਼ਨ ਦੀ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ, ਇਹਦੇ ਬਾਰੇ ਮੇਰੇ ਕੋਲ ਤਾਂ ਅਜੇ ਕੋਈ ਜਾਣਕਾਰੀ ਨਹੀਂ ਕਿ ਅੱਜ ਉੱਥੇ ਕੋਈ ਸਰਕਾਰੀ ਫੰਕਸ਼ਨ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ। ਪਰ ਇਹ ਜ਼ਰੂਰ ਹੈ ਕਿ ਉੱਥੇ ਜਿਸ ਤਰ੍ਹਾਂ ਦੇ ਜਿਹੜੀ ਵੱਡੀ ਏਡੀ ਸਾਡੀ ਉਹ ਸ਼ਹੀਦੀ ਯਾਦਗਾਰ ਹੈ ਕਿ ਉੱਥੇ ਇਸ ਦਿਨ ਦੇ ਉੱਤੇ ਜ਼ਰੂਰ ਉੱਥੇ ਕੋਈ ਨਾ ਕੋਈ ਫੰਕਸ਼ਨ ਜਿਹੜਾ ਹੈ ਸਰਕਾਰੀ ਤੌਰ ਤੇ ਵੀ ਹੋਣਾ ਚਾਹੀਦਾ। ਜਿਸ ਤਰ੍ਹਾਂ ਹੁਸੈਨੀ ਵਾਲਾ ਹੋਏ ਜਾਂ ਖਟਕੜ ਕਲਾਂ ਹੁੰਦੇ ਰਹੇ, ਉੱਥੇ ਫੰਕਸ਼ਨ ਹੋਣਾ ਚਾਹੀਦਾ। ਹੁਣ ਇਹ ਤੁਸੀਂ ਇਹਦੇ ਬਾਰੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰ ਦਿਓ ਕਿ ਅੱਜ ਕੋਈ ਸਰਕਾਰ ਵੱਲੋਂ ਉੱਥੇ ਫੰਕਸ਼ਨ ਹੋ ਰਿਹਾ। ਅੱਜ ਕੋਈ ਇਸ ਕਿਸਮ ਦਾ ਵਿਸ਼ੇਸ਼ ਤੌਰ ਤੇ ਨਹੀਂ, ਇੱਕ ਇਸ਼ਤਿਹਾਰ ਜ਼ਰੂਰ ਪੰਜਾਬ ਸਰਕਾਰ ਨੇ ਇਸ ਸੰਬੰਧ ਦਿੱਤੇ ਆ, ਪਰ ਸਮਾਗਮ ਕਰਨਾ ਜਾਂ ਨਹੀਂ ਕਰਨਾ ਇਹੋ ਜਿਹੀ ਕੋਈ ਜਾਣਕਾਰੀ ਜਿਹੜੀ ਹੈ ਉਹ ਪੁਖਤਾ ਤੌਰ ਤੇ ਨਹੀਂ ਆਈ। ਹੋ ਸਕਦਾ ਭਗਵੰਤ ਮਾਨ ਉਹਨੇ ਗੇੜਾ ਲਾ ਸਕਦੇ ਆ, ਪਰ ਇਹ ਆ ਵੀ ਉਹ ਦਿੱਲੀ ਤੋਂ ਵਾਪਸ ਆ ਗਏ ਹੋਣਗੇ ਤਾਂ ਹੀ ਗੇੜਾ ਲਾਉਣਗੇ। ਹੁਣ ਦੇਖਣਾ ਇਹ ਹੋਏਗਾ ਵੀ ਇਹਦੇ ਤੇ ਪੰਜਾਬ ਸਰਕਾਰ ਕੀ ਕਰਦੀ ਹੈ। ਹੁਣ ਲਾਸਟ ਜਿਹੜੀ ਅਸੀਂ ਵੀ ਰਾਜਪਾਲ ਜਿਹੜੇ ਆ ਬਨਵਾਰੀ ਲਾਲ ਪ੍ਰੋਹਤ ਜਿਹੜੇ ਆ, ਦੇਖੋ ਜਿਵੇਂ ਪੰਜਾਬ 'ਚ ਦੇਖੋ ਜਦੋਂ ਚੁਣੀ ਹੋਈ ਸਰਕਾਰ ਹੁੰਦੀ ਆ, ਅੱਗੇ ਰਾਜਪਾਲ ਵੱਲੋਂ ਇਸ ਤਰ੍ਹਾਂ ਦੇ ਦੌਰੇ ਨਹੀਂ ਕੀਤੇ ਜਾਂਦੇ, ਜਿਸ ਕਰਕੇ ਇਸ ਦੌਰੇ ਦੇ ਬਾਰੇ ਇਸ ਤਰ੍ਹਾਂ ਦੀ ਚਰਚਾ ਵੀ ਹੋ ਰਹੀ ਹੈ ਔਰ ਗੱਲ ਵੀ ਆ ਰਹੀ ਹੈ। ਔਰ ਇੱਕ ਦੂਸਰਾ ਹੈ ਕਿ ਪੰਜਾਬ ਬੜਾ ਸਰਹੱਦੀ ਸੂਬਾ, ਸੰਵੇਦਨਸ਼ੀਲ ਸੂਬਾ ਹੈਗਾ, ਔਰ ਇੱਥੋਂ ਦੇ ਜਿਹੜੇ ਸੱਭਿਆਚਾਰ ਹੈ, ਇੱਥੋਂ ਦਾ ਜਿਹੜਾ ਸੁਭਾਅ ਹੈ ਉਹ ਵੀ ਸਭ ਨੂੰ ਪਤਾ ਹੈਗਾ। ਉਹਦੇ ਬਾਰੇ ਆਪਾਂ ਵਿਸਤਾਰ 'ਚ ਨਹੀਂ ਜਾਂਦੇ, ਪਰ ਇਹ ਜ਼ਰੂਰ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਦੌਰੇ ਕੇਂਦਰ ਦੇ ਕਿਸੇ ਅਧਿਕਾਰੀ ਹੋਏ ਨੁਮਾਇੰਦੇ ਵੱਲੋਂ ਕੀਤੇ ਜਾਂਦੇ ਆ, ਕਿਉਂਕਿ ਕੇਂਦਰ ਨੂੰ ਦੀ ਪ੍ਰਤੀਨਿਧਤਾ ਕਰਦੇ ਆ ਰਾਜਪਾਲ ਪੰਜਾਬ ਦੇ ਵਿੱਚ। ਤਾਂ ਰਾਜਪਾਲ ਵੱਲੋਂ ਇਸ ਤਰ੍ਹਾਂ ਦੇ ਦੌਰਿਆਂ ਦੀ ਥਾਂ ਤੇ ਜੇ ਚੁਣੀ ਹੋਈ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸਾਰਾ ਕਰੇ। ਹੁਣ ਜਿਸ ਤਰ੍ਹਾਂ ਪਿੱਛੇ ਜਿਹੜਾ ਫੰਕਸ਼ਨ ਸੀਗਾ ਉਹਦੇ 'ਚ ਮੁੱਖ ਤੌਰ ਤੇ ਭਗਵੰਤ ਮਾਨ ਹੋਈ ਤੇ ਚੁੱਪ ਕਰਕੇ ਬੈਠੇ ਸੀ, ਮੁੱਖ ਤੌਰ ਤੇ ਰਾਜਪਾਲ ਹੋਣਾ ਨਹੀਂ ਉਹਨਾਂ ਨੂੰ ਸੰਬੋਧਨ ਕੀਤਾ ਜਦੋਂ ਇਹਨਾਂ ਦੋਨਾਂ ਦਾ ਇਕੱਠਿਆਂ ਦਾ ਜਿਹੜਾ ਫੰਕਸ਼ਨ ਸੀਗਾ, ਸਾਂਝਾ ਫੰਕਸ਼ਨ ਸੀ ਜਿਹੜਾ। ਪਰ ਇਹ ਜ਼ਰੂਰ ਹੈ ਕਿ ਇਸ ਦੇ ਉੱਤੇ ਜਿਹੜੇ ਜਦੋਂ ਰਾਜਪਾਲ ਪੰਜਾਬ ਦੇ ਅੰਦਰ ਜਦੋਂ ਰਾਸ਼ਟਰਪਤੀ ਰਾਜ ਰਿਹਾ, ਅਸੀਂ ਦੇਖਿਆ ਹੈ ਕਿ 10 ਸਾਲ, ਉਦੋਂ ਜ਼ਰੂਰ ਰਾਜਪਾਲ ਜਿਹੜੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਕਰਦੇ ਰਹੇ। ਪਰ ਉਸ ਤੋਂ ਬਿਨਾਂ ਜਦੋਂ ਚੁਣੀ ਹੋਈ ਸਰਕਾਰ ਹੁੰਦੀ ਹੈ ਤਾਂ ਉਦੋਂ ਇਸ ਤਰ੍ਹਾਂ ਦਾ ਬਹੁਤ ਘੱਟ ਦੇਖਣ ਨੂੰ ਮਿਲਿਆ। ਇਸ ਕਰਕੇ ਹੀ ਇਹ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ। ਔਰ ਦੂਸਰਾ, ਜਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਇਸ ਵੇਲੇ ਪੰਜਾਬ ਦੇ ਜਿਹੜਾ ਸੈਂਸਿਟਿਵ ਜਿਸ ਤਰ੍ਹਾਂ ਸਟੇਟ ਹੈ, ਸਰਹੱਦੀ ਸੂਬਾ ਹੈਗਾ, ਔਰ ਜਿਸ ਤਰ੍ਹਾਂ ਦੀ ਪਾਕਿਸਤਾਨ ਸਥਿਤੀ ਬਣੀ ਹੈ, ਉਸ ਦੇ ਮੱਦੇ ਨਜ਼ਰ ਇਸ ਨੂੰ ਕਿਸ ਤਰ੍ਹਾਂ ਲਿਆ ਜਾ ਰਿਹਾ ਕੇਂਦਰ ਵੱਲੋਂ, ਉਸ ਤੇ ਵੀ ਬਹੁਤ ਕੋਈ ਨਿਰਭਰ ਹੈ। ਪਰ ਇਹ ਜ਼ਰੂਰ ਹੈ ਕਿ ਇਸ ਨੂੰ ਲੋਕਾਂ ਕੋਈ ਚੰਗਾ ਗੱਲ ਨਹੀਂ ਇਹਨੂੰ ਲੋਕਾਂ ਵੱਲੋਂ ਮੰਨੀ ਜਾ ਰਹੀ ਕਿ ਜਦੋਂ ਚੁਣੀ ਹੋਈ ਸਰਕਾਰ ਬੈਠੀ ਹੈ ਤਾਂ ਉਹ ਇਹ ਕੰਮ ਕਰੇ। ਸੋ ਜੰਡੂ ਸਾਹਿਬ, ਇਸ ਦੇ ਨਾਲ ਹੀ ਸਾਡਾ ਜਿਹੜਾ ਇਹ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਤੁਹਾਡੇ ਤੇ ਆਪਣੇ ਦਰਸ਼ਕਾਂ ਕੋਲੋਂ ਲੈਣੇ ਆ ਅੱਗੇ। ਬਹੁਤ ਬਹੁਤ ਧੰਨਵਾਦ।